अस्सलाम वालेकुम जी। वालेकुम सलाम। बॉस जी मैं सुनिया हुकूमत कणक खरीदण लगी है। ਚੱਲਿਆ ਕਣਕਣੀਆਂ ਖਰੀਦਣ ਲੱਗੀ, ਇਹ ਜ਼ਲੀਲ ਕਰਨ ਲੱਗੀ ਹੈ ਕਿਸਾਨ ਨੂੰ। ਇਹ ਜਿਹੜੀ ਕਸਰ ਰਹਿ ਗਈ ਸੀ ਨਾ ਉਹਦੇ ਚ ਹੋਰ ਜ਼ਲੀਲੋ ਖੁਆਰ ਕਰਨ ਲੱਗੀ ਹੈ। ਮੈਂ ਇਹ ਕਹਾਂਗਾ ਕਿਸਾਨ ਨੂੰ ਹੁਣ ਪੁਲਿਸੀ ਵੇਖ ਕੀ ਬਣੀ ਹੈ ਜੀ। ਪਹਿਲੀਆਂ ਨੂੰ ਤਾਂ ਛੱਡੋ ਨਾ। ਇਹ ਜਿਸ ਦਿਨ ਜਿੰਨੀ ਦੇਰ ਤੱਕ ਸਾਡੇ ਇਸ ਮੁਲਕ ਦੇ ਵਿੱਚ ਸਜ਼ਾ ਤੇ ਜਜ਼ਾ ਦਾ ਨਿਜ਼ਾਮ ਨਾ ਹੋਇਆ ਬਣਿਆ ਸਹੀ, ਉਨੀ ਦੇਰ ਤੱਕ ਕੋਈ ਇਸ ਮੁਲਕ ਦੀ ਤਕਦੀਰ ਨਹੀਂ ਹੈਗੀ। ਬਜਾਏ ਇਸ ਗੱਲ ਦੇ ਕਿ ਉਹਨਾਂ ਲੋਕਾਂ ਨੂੰ ਫੜਿਆ ਜਾਏ, ਉਹਨਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਏ, ਉਹਨਾਂ ਲੋਕਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਸਾਡੀ 40 ਲੱਖ ਟਨ ਦੀ ਜਿਹੜੀ ਉਹ ਪੈਦਾਵਾਰ ਸੀ, 40 ਲੱਖ ਟਨ ਦੀ ਪੈਦਾਵਾਰ ਜਿਹੜੀ ਫੀਲਡ ਦੇ ਵਿੱਚ ਮੌਜੂਦ ਸੀ, ਉਹਨੂੰ ਵੇਂਦੇ ਹੋਇਆਂ ਵੀ ਫਿਰ ਵੀ ਜਿਹੜਾ ਨਾ ਬਾਹਰੋਂ ਕਣਕ ਮੰਗਾ ਲਈ। ਪਹਿਲੇ ਤਾਂ ਉਹ ਕੰਮ ਕਰਨਾ ਚਾਹੀਦਾ। ਖੈਰ ਉਹ ਟਾਈਮ ਲੰਘ ਗਿਆ ਜਿਹੜਾ ਉਹ ਕੰਮ ਕਰਨ ਦੀ ਬਜਾਏ, ਕਿਉਂਕਿ ਉਹਨਾਂ ਤੇ ਇਹਨਾਂ ਦਾ ਜ਼ੋਰ ਨਹੀਂ ਚੜ੍ਹਦਾ। ਉਹ ਇਹਨਾਂ ਦੇ ਮਾਈ ਬਾਪ ਨੇ, ਉਹਨਾਂ ਤੇ ਇਹਨਾਂ ਦਾ ਜ਼ੋਰ ਹੀ ਨਹੀਂ ਚੜ੍ਹਦਾ। ਅੱਲਾ ਦਾ ਬੰਦਿਆ ਉਹ ਇਹਨਾਂ ਤੋਂ ਕਿਤੇ ਤਗੜੇ ਨੇ। ਇਹ ਕੀ ਸ਼ਹਿਰ ਉਹਨਾਂ ਅੱਗੇ ਗੱਲ ਇਹ ਆ, ਉਸ ਸਜ਼ਾ ਤੇ ਜਜ਼ਾ ਦੇਣ ਦੀ ਬਜਾਏ ਇਹਨਾਂ ਨੇ ਕੀ ਕੀਤਾ, ਹੁਣ ਇਹਨਾਂ ਨੇ ਕਿਸਾਨ ਨੂੰ ਮਜ਼ੀਦ ਜ਼ਲੀਲ ਕਰਨ ਦਾ ਇੱਕ ਪ੍ਰੋਗਰਾਮ ਬਣਾ ਲਿਆ। ਪ੍ਰੋਗਰਾਮ ਕਿਵੇਂ ਬਣਾਇਆ? ਪਾਲਿਸੀ ਬਣਾਈ ਹੈ ਇੱਕ, ਜੇ ਅਸੀਂ ਨਾ 19 ਲੱਖ ਟਨ ਗੰਦਮ ਖਰੀਦਾਂਗੇ, ਠੀਕ ਹੈ ਨਾ, ਜਿਹੜੀ ਇੰਤਹਾਈ ਬੇਵਕੂਫਾਨਾ ਪਾਲਿਸੀ ਹੈ ਵੀ 40 ਲੱਖ ਟਨ ਸਾਡੀ ਪੈਦਾਵਾਰ, ਤੁਸੀਂ 19 ਲੱਖ ਖਰੀਦੋਗੇ, ਕਿੰਦੇ ਤੋਂ ਖਰੀਦੋਗੇ? ਇਹਦਾ ਕੀ ਕਿਸ ਬੰਦੇ ਤੋਂ ਖਰੀਦੋਗੇ, ਕਿੰਦੇ ਤੋਂ ਨਹੀਂ ਖਰੀਦੋਗੇ? ਕੀ ਇਹਦੀ ਪਾਲਿਸੀ ਹੈ? ਪਾਲਿਸੀ ਸੁਣ ਲੈ ਕੀ ਹੈ। ਇੱਕ 12 ਸਭ ਤੋਂ ਪਹਿਲੇ 12.5 ਕਿੱਲੇ ਜਾਂ 12 ਕਿੱਲੇ ਵਾਲਾ ਜਿਹੜਾ ਮਾਲਕ ਹੋਵੇਗਾ ਨਾ, ਉਹ ਬੰਦਾ ਬਾਰਦਾਨਾ ਲੈ ਸਕੇਗਾ। ਤੇ ਬਾਰਦਾਨਾ ਉਹਨੂੰ ਕਿੰਨਾ ਮਿਲੇਗਾ? ਫੀ ਕਿੱਲਾ 8 ਬੋਰੀ 100 ਕਿਲੋ ਵਾਲੀ, ਯਾਨੀ ਕਿ ਫੀ ਕਿੱਲਾ 20 ਮਣ ਦਾ ਉਹਨੂੰ ਬਾਰਦਾਨਾ ਮਿਲੇਗਾ। ਇਹ ਸਮਝਦੇ ਨੇ ਕਿ 20 ਮਣ ਫੀ ਏਕੜ ਪੈਦਾਵਾਰ ਹੈ, ਤਾਂ ਇਸ ਲਈ 20 ਮਣ ਦਾ ਬਾਰਦਾਨਾ ਫੀ ਏਕੜ ਦੇ ਰਹੇ ਨੇ। ਤੇ ਬਾਕੀ ਜਿਹੜੀ ਨਾ ਉਹ ਕਿਸਾਨ ਛੱਤਾਂ ਤੇ ਪਾ ਲਵੇ, ਉਹਨੂੰ ਸੁਕਾਉਣੀ ਸ਼ੁਰੂ ਕਰ ਦੇਵੇ, ਤੇ ਉਹਨੂੰ ਸੁਕਾ ਕੇ ਤੇ ਬਾਅਦ ਚ ਉਹਨੂੰ, ਮੈਂ ਕੀ ਕਵਾਂ ਯਾਰ, ਕੁਛ ਸ਼ਰਮ ਆਉਂਦੀ ਹੈ ਕੁਛ ਗੱਲਾਂ ਕਰਦੇ ਹੋਏ ਆ। ਗੱਲ ਇਹ ਆ ਕਿ 8 ਮਣ ਜਿਹੜੀ 8 ਬੋਰੀਆਂ ਨੇ 20 ਮਣ ਫੀ ਏਕੜ ਜਿਹੜੀ ਤੁਸੀਂ ਖਰੀਦਣ ਲੱਗੇ ਹੋ, ਇਹਦੇ ਵਿੱਚ ਹੁਣ ਹੋਣਾ ਕੀ ਹੈ? ਪਹਿਲੇ ਵੀ ਇਹਨਾਂ ਕੋਸ਼ਿਸ਼ ਕੀਤੀ ਹੈ ਕਿ ਸਟਾਕ ਮਾਫੀਆ ਨੂੰ ਨਵਾਜ਼ਿਆ ਜਾਏ, ਰੇਟ ਵੀ ਦੇ ਦਿੱਤਾ, ਲੇਕਿਨ ਫਿਰ ਵੀ ਖਰੀਦਦਾਰੀ ਨਹੀਂ ਕੀਤੀ। ਸਟਾਕ ਮਾਫੀਆ ਅੰਦਰ ਖਰੀਦਦਾਰੀ ਕਰਦਾ ਰਿਹਾ ਹੈ, ਉਹਨਾਂ ਨੂੰ ਹੌਸਲੇ ਦਿੰਦੇ ਰਹੇ ਨੇ ਤੁਸੀਂ ਖਰੀਦ ਲਵੋ, ਲੇਕਿਨ ਇੱਕ ਜਗ੍ਹਾ ਤੇ ਆ ਕੇ ਉਹਨੇ ਵੀ ਜਵਾਬ ਦੇ ਦਿੱਤਾ, ਨਹੀਂ ਭਾਈ ਅਸੀਂ ਨਹੀਂ ਖਰੀਦਣੀ, ਤੁਸੀਂ ਸਾਡੇ ਤੋਂ ਨਹੀਂ ਲੈਣੀ ਤੇ ਅਸੀਂ ਖਰੀਦ ਕੇ ਕੀ ਕਰਨੀ ਹੈ? ਠੀਕ ਹੈ, ਉਹਨਾਂ ਨੂੰ ਇਹਨਾਂ ਬੜਾ ਕੁਛ ਕੀਤਾ ਕਿ ਤੁਸੀਂ 3000 ਤੋਂ ਵੀ ਥੱਲੇ ਖਰੀਦੋ, ਤੁਹਾਡੀ ਅਸੀਂ 4000 ਦੀ ਲਾਂਗੇ, ਕਿਉਂ ਹੁਕੂਮਤ ਕੋਲ ਸ਼ੈ ਹੀ ਕੋਈ ਨਹੀਂ ਹੈਗੀ। ਇਹ ਸਾਰੇ ਲੁੱਟਣ ਤੇ ਨੇ ਇਹਨਾਂ ਕੋਲ, ਕੋਈ ਸਟੇਟ ਦੇ ਕਿਸੇ ਬੈਂਕ ਕਿਸੇ ਅਕਾਊਂਟ ਦੇ ਵਿੱਚ ਕੋਈ ਸ਼ੈ ਨਹੀਂ ਹੈਗੀ। ਠੀਕ ਹੈ ਨਾ, ਹੁਣ ਇਹ ਚਾਹੁੰਦੇ ਨੇ ਪ੍ਰਾਈਵੇਟ ਲੋਕਾਂ ਨੂੰ ਨਾ, ਪਹਿਲੇ ਜਿਵੇਂ ਪ੍ਰਾਈਵੇਟ ਲੋਕਾਂ ਨੂੰ ਪਾ ਕੇ ਇਹਨਾਂ ਕਿਸਾਨ ਨੂੰ ਜ਼ਲੀਲ ਕੀਤਾ, ਹੁਣ ਫਿਰ ਪ੍ਰਾਈਵੇਟ ਲੋਕਾਂ ਨੂੰ ਪਾ ਕੇ ਫਿਰ ਕਿਸਾਨ ਨੂੰ ਜ਼ਲੀਲ ਕਰਨ ਲੱਗੇ ਨੇ ਕਿ ਇਹ ਪ੍ਰਾਈਵੇਟ ਲੋਕ ਸਾਰੇ ਬਾਰਦਾਨਾ ਇਕੱਠਾ ਕਰ ਲੈਣ ਤੇ ਇਹ ਇਕੱਠਾ ਕਰਕੇ ਖਰੀਦ ਲੈਣ ਜ਼ਿਮੀਂਦਾਰ ਕੋਲੋਂ, ਤੇ ਬਾਅਦ 'ਚ ਜਿਹੜਾ ਨਾ ਅਸੀਂ ਇਹਨਾਂ ਕੋਲੋਂ ਲੈ ਲਾਂਗੇ, ਇਹਨਾਂ ਨੂੰ ਮੁਨਾਫਾ ਦੇ ਕੇ ਲੈ ਲਾਂਗੇ। ਜਿਹਦਾ ਕਿਸੇ ਜਗ੍ਹਾ ਤੇ ਵੀ ਉਹਨਾਂ ਦਾ ਰਾਈਟ ਨਹੀਂ ਹੈ। ਸਿਰਫ ਉਹਨਾਂ ਕੋਲ ਪੈਸੇ ਹੈ ਨੇ, ਉਹ ਪੈਸੇ ਲਾ ਕੇ ਤੇ ਕਿਸਾਨ ਦਾ ਮੌਕੇ ਤੇ ਫਾਇਦਾ ਚੁੱਕ ਲੈਣਗੇ। ਜਿਸ ਟਾਈਮ ਉਹਨਾਂ ਦੇ ਗੱਲਿਆਂ 'ਚ ਜਾਂਦੀ ਗਈ, ਉਸ ਟਾਈਮ ਐਕਸਪੋਰਟ ਵੀ ਸ਼ੁਰੂ ਹੋ ਜਾਏਗੀ, ਉਸ ਟਾਈਮ ਹੁਕੂਮਤ ਨੂੰ ਵੀ ਕਣਕ ਦੀ ਲੋੜ ਪੈ ਜਾਏਗੀ। ਆ ਕੀੜੇਮਾਰ ਜ਼ਹਿਰ ਜਿਹੜਾ ਇਹਨਾਂ ਗੰਦਮ ਦੀ ਸ਼ਕਲ 'ਚ ਲਿਆਂਦਾ ਹੈ ਨਾ, ਉਹ ਲੋਕਾਂ ਨੂੰ ਉਹ ਵੀ ਖਵਾਉਣਗੇ। ਦੋ ਸਾਈਡਾਂ ਤੇ ਨੁਕਸਾਨ ਕਰਨਗੇ। ਇੱਕ ਤਾਂ ਫੂਡ ਸਿਕਿਉਰਿਟੀ ਦਾ ਮਸਲਾ ਬਣੇਗਾ, ਉਹ ਲੋਕਾਂ ਨੂੰ ਗੰਦਾ ਆਟਾ ਖਵਾਉਣਗੇ, ਦੂਜੀ ਸਾਈਡ ਤੇ ਕਿਸਾਨ ਦਾ ਨੁਕਸਾਨ ਕਰਨਗੇ, ਸਿਰਫ ਇੱਕ ਕੰਮ ਲਈ ਕਿ ਤਾਂ ਕਿ ਮਾਫੀਆ ਨੂੰ ਫਾਇਦਾ ਮਿਲ ਜਾਵੇ। ਜਿਨ੍ਹਾਂ ਕੋਲ ਪੈਸੇ ਨੇ ਨਾ, ਉਹਨਾਂ ਕੋਲ ਹੋਰ ਪੈਸੇ ਆ ਜਾਣ, ਖਰੇ ਜੇ ਉਹਨਾਂ ਦਾ ਢਿੱਡ ਭਰ ਜਾਏ। ਪਰ ਢਿੱਡ ਮਿੱਟੀ ਤੋਂ ਸੁਆ ਕਿਸੇ ਸ਼ੈ ਨਾਲ ਨਹੀਂ ਭਰਦਾ, ਇਹ ਨਹੀਂ ਭਰਨਾ। ਢਿੱਡ ਮਿੱਟੀ ਤੋਂ ਸੁਆ ਕਿਸੇ ਸ਼ੈ ਨਾਲ ਨਹੀਂ ਭਰਨਾ। ਹੁਣ ਮੈਨੂੰ ਇਹ ਗੱਲ ਦੱਸੋ ਕਿ ਜਿਹੜੀ ਇਹ ਪਾਲਿਸੀ ਬਣਾਈ ਹੈ 20 ਮਣ ਵਾਲੀ, ਇਹ 20 ਮਣ ਕਿਹਦੇ ਕੋਲੋਂ ਖਰੀਦੋਗੇ? 12 ਮਣ ਦੀ ਸ਼ਰਤ ਰੱਖ ਦਿੱਤੀ, ਨਾਲ ਫਰਦ ਲੈ ਕੇ ਆਓ। ਜਿਹੜਾ ਅੱਗੇ ਠੇਕੇਦਾਰ ਹੈ ਵਿਚਾਰਾ, ਉਹ ਫਰਦ ਕਿੱਥੋਂ ਲੈ ਕੇ ਆਏਗਾ? ਜਿੰਦੇ ਕੋਲ 12 ਮਣ ਨਹੀਂ ਹੈਗੀ, ਉਹ ਤੁਹਾਨੂੰ ਗੰਦਮ ਕਿੱਥੋਂ ਦੇਗਾ? ਉਹ ਮਜ਼ੀਦ ਜ਼ਲੀਲ ਹੋਵੇਗਾ। ਯਾਨੀ ਜਿੰਨਾ ਛੋਟਾ ਕਿਸਾਨ ਹੈ ਉਨਾ ਹੀ ਜ਼ਿਆਦਾ ਜ਼ਲੀਲ ਹੋਵੇ। ਕਹਿਣ ਦਾ ਮਤਲਬ ਤਾਂ ਫਿਰ ਇਹ ਹੀ ਹੈ ਨਾ ਇਸ ਪਾਲਿਸੀ ਦਾ। ਗੱਲ ਇਹ ਆ ਕਿ 90% ਕਿਸਾਨ ਤਾਂ ਸਾਡਾ 10 ਏਕੜ ਤੋਂ ਥੱਲੇ ਦਾ ਹੈ, ਤੇ ਤੁਸੀਂ ਉਹਨੂੰ ਇਗਨੋਰ ਕੀਤੀ ਜਾ ਰਹੇ ਹੋ। 12 ਏਕੜ ਦੀ ਤੁਸੀਂ ਸ਼ਰਤ ਰੱਖ ਦਿੱਤੀ। ਕਿੱਡੀ ਬੇਵਕੂਫ, ਕਿੱਡੀ ਅਹਿਮਕਾਨਾ ਪਾਲਿਸੀ ਹੈ ਯਾਰ। 12 ਏਕੜ ਦੀ ਸ਼ਰਤ ਰੱਖ ਦਿੱਤੀ ਕਿ 12 ਏਕੜ ਤੋਂ ਥੱਲੇ ਜਿਹੜਾ ਮਾਲਕ ਹੈ ਨਾ, ਉਹ ਬਾਰਦਾਨਾ ਨਹੀਂ ਲੈ ਸਕਦਾ। ਜਿਹੜਾ ਅਸਲ ਕਿਸਾਨ ਹੈ ਉਹ ਬਾਰਦਾਨਾ ਨਹੀਂ ਲੈ ਸਕਦਾ। ਜਿਹੜਾ ਇਨਵੈਸਟਰ ਹੈ, ਜਿਹੜਾ ਪੈਸੇ ਵਾਲਾ, ਜਿਹੜਾ ਕਾਰਪੋਰੇਟ ਫਾਰਮਿੰਗ ਕਰ ਰਿਹਾ, ਜਿਹੜਾ ਪੈਸੇ ਲਾਉਂਦਾ ਜ਼ਮੀਨ 'ਚ ਤੇ ਮਾਲ ਚੁੱਕ ਕੇ ਪੈਸੇ ਕਮਾਉਂਦਾ, ਜੇ ਉਧਰੋਂ ਕੋ ਰਹਿ ਜਾਂਦੇ ਨੇ ਤਾਂ ਜ਼ਿਮੀਂਦਾਰ ਕੋਲੋਂ ਮਾਲ ਚੁੱਕ ਕੇ ਉਹਦੇ ਕੋਲੋਂ ਲੁੱਟ ਕੇ ਸਟਾਕ ਕਰਦਾ ਤੇ ਫਿਰ ਜਿਹੜਾ ਉਹਦੇ ਤੋਂ ਪੈਸੇ ਕਮਾਉਂਦਾ, ਇਹ ਉਹਨੂੰ ਹੀ ਫਾਇਦਾ ਦਿੱਤਾ ਗਿਆ। ਹੋਰ ਤਾਂ ਕੋਈ ਇਸ ਪਾਲਿਸੀ ਦੇ ਵਿੱਚ ਨਹੀਂ ਹੈਗਾ। ਤੁਸੀਂ ਦੇਖੋ ਜਿਹੜਾ ਬੰਦਾ ਠੇਕੇਦਾਰ ਹੈ, ਉਹਨੂੰ ਮਾਲਕ ਕਿਹੜਾ ਮਾਲਕ ਉਹਨੂੰ ਛੱਤਾਂ ਰੱਖ ਦਿੱਤੀਆਂ ਜੀ, ਫਰਦਾਂ ਲੈ ਕੇ ਆਓ ਜੀ, ਇਹ ਲੈ ਕੇ ਆਓ ਜੀ, ਉਹ ਕਰਕੇ ਆਓ। ਪਹਿਲੀ ਗੱਲ ਹੈ ਜਿਹੜਾ 12 ਏਕੜ ਦਾ 12.5 ਏਕੜ ਦਾ ਜਿਹੜਾ ਮਾਲਕ ਨਹੀਂ ਹੈਗਾ, ਉਹ ਕੀ ਕਰੇਗਾ? ਦੂਸਰੀ ਗੱਲ ਇਹ ਹੈ ਕਿ ਉਹਨੂੰ ਮਾਲਕ ਫਰਦ ਦੇਗਾ, ਉਹਨੂੰ ਮਾਲਕ ਰੋਲੇਗਾ। ਮਾਲਕ ਤਾਂ ਅੱਗੇ ਰੋਲਦੇ ਪਏ ਨੇ ਠੇਕੇ ਦੇ ਵਿੱਚ, ਅਜੀਬੋ ਗਰੀਬ ਤਰੀਕੇ ਨਾਲ ਐਡਵਾਂਸ ਠੇਕੇ ਲੈ ਤੇ ਇਹ ਕਰ ਤੇ ਉਹ ਕਰ, ਸ਼ਰਤਾਂ ਰੱਖ। ਜਦੋਂ ਭੋਰਾ ਜ਼ਿਮੀਂਦਾਰ ਦੀ ਫਸਲ ਵਾਹਵਾ ਲੱਗ ਗਈ, ਉਸ ਟਾਈਮ ਠੇਕਾ ਵਧਾਉਣਾ ਸ਼ੁਰੂ ਕਰ ਦਿੱਤਾ। ਜ਼ਿਮੀਂਦਾਰ ਨੂੰ ਜਿਹੜਾ ਨਾ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਜ਼ਮੀਨ ਵਾਹ ਲੈਣੀ ਹੈ, ਲੇਕਿਨ ਸਟੇਟ ਉਹਨੂੰ ਸਪੋਰਟ ਕਰਦੀ ਪਈ ਹੈ।
ਠੇਕੇਦਾਰ ਦੀ ਕੋਈ ਹੈਸੀਅਤ ਨਹੀਂ ਹੈਗੀ। ਔਰ ਜਿਹੜਾ ਛੋਟਾ ਠੇਕੇਦਾਰ ਜਿੰਦਾ ਵਿਚਾਰੇ ਦਾ ਰੋਜ਼ੀ ਦਾ ਵਸੀਲਾ ਹੀ ਇਹ ਆ, ਉਹ ਮਰ ਰਿਹਾ, ਉਹ ਖਤਮ ਹੋ ਰਿਹਾ। ਜਿਹੜਾ ਵੱਡਾ ਜ਼ਿਮੀਂਦਾਰ ਹੈ, ਜਿਹੜਾ ਜ਼ਮੀਨ ਦਾ ਮਾਲਕ ਵੀ ਹੈ, ਜਿਹੜਾ ਵੱਡਾ ਠੇਕੇਦਾਰ ਹੈ, ਉਹ ਕਾਮਯਾਬ ਹੈ, ਉਹਨੂੰ ਹਰ ਸ਼ੈ ਹੀ ਵਾਧੂ ਹੈ। ਹੁਣ ਦੱਸੋ ਵੀ ਉਹ ਫਰਦ ਉਹ ਕਿੱਥੋਂ ਲੈ ਕੇ ਆਵੇਗਾ? ਮਾਲਕ ਉਹਨੂੰ ਫਰਦ ਦੇਣਗੇ ਏਡੀ ਆਸਾਨੀ ਨਾਲ? 8 ਦਿਨ ਮਾਲਕਾਂ ਵਗਰ ਜ਼ਲੀਲ ਹੋਵੇਗਾ, ਫਿਰ ਉਹ ਫਰਦ ਲੈ ਆਵੇਗਾ, ਫਿਰ ਫਰਦ ਲੈ ਕੇ 8 ਦਿਨ ਮਹਿਕਮੇ ਮਗਰ ਜ਼ਲੀਲ ਹੋਵੇਗਾ, ਫਿਰ ਮਹਿਕਮੇ ਮਗਰ ਜ਼ਲੀਲ ਹੋ ਕੇ ਫਿਰ ਉਹਦਾ ਲਿਸਟ 'ਚ ਨਾਂ ਆਵੇਗਾ ਕਿ ਇਹ ਬੰਦਾ ਕਾਬਲ ਹੈ। ਫਿਰ ਜਦੋਂ ਲਿਸਟ 'ਚ ਨਾਂ ਆਵੇਗਾ ਨਾ, ਫਿਰ ਉਹਦਾ 20 ਕਿੱਲਾ 20 ਮਣ ਗੰਦਮ ਉਹਦੀ ਚੁੱਕੀ ਜਾਏਗੀ। ਤੇ ਬਾਕੀ ਜਿਹੜਾ ਨਾ ਉਹ ਆਪ ਹੀ ਜ਼ਿੰਮੇਦਾਰ ਹੈ। ਉਹਨੇ ਜਿਹੜਾ ਗਲਤੀ ਕਰ ਲਈ ਹੈ ਨਾ, ਉਹਦਾ ਉਹ ਆਪ ਹੀ ਜ਼ਿੰਮੇਦਾਰ ਹੈ। ਤੇ ਉਮੀਦ ਬੜੀ ਹੈਗਾ ਇਹ ਗਲਤੀ ਕਿਸਾਨ ਨਹੀਂ ਕਰਦਾ। ਤੇ ਮੈਂ ਵੀ ਸਮਝਾਉਂਦਾ ਰਹਾਂਗਾ ਗੱਲਾਂ ਸਾਰੀਆਂ, ਹੁਣ ਮੈਂ ਕਿਸਾਨ ਨੂੰ ਦੱਸਦਾ ਰਹਾਂਗਾ। ਇਹ ਹੁਣ ਗੱਲ ਦੇਣ 'ਚੋਂ ਭੁੱਲ ਕੱਢ ਦਿਓ ਵੀ ਕਿਸਾਨ ਜਿਹੜਾ ਕਿਸੇ ਜਗ੍ਹਾ ਤੇ ਤੁਹਾਡੀ ਕਿਸੇ ਹਰਕਤ ਤੋਂ ਬਲੈਕਮੇਲ ਹੋਵੇਗਾ। ਹੋਰ ਵੀ ਸੋਸ਼ਲ ਮੀਡੀਆ ਤੇ ਕੰਪੇਨਾਂ ਹੋ ਰਹੀਆਂ ਨੇ ਕਿਸਾਨ ਦੇ ਖਿਲਾਫ, ਉਹਦੇ ਉੱਤੇ ਮੈਂ ਇੱਕ ਅਲੱਗਾ ਪ੍ਰੋਗਰਾਮ ਰਿਕਾਰਡ ਕਰਾਂਗਾ, ਉਹ ਵੀ ਤੁਹਾਨੂੰ ਦੱਸਾਂਗਾ ਕਿਵੇਂ ਕਿਸਾਨ ਦੇ ਖਿਲਾਫ ਕੰਪੇਨ ਹੁੰਦੀ ਹੈ। ਗੱਲ ਇਹ ਆ ਕਿ ਕੋਈ ਸ਼ਰਮ ਯਾਦ ਹੀ ਆ, ਕੋਈ ਹੱਦ ਹੁੰਦੀ ਹੈ। ਇਹਨੂੰ ਮੈਨੂੰ ਦੱਸੋ, ਇਹ ਜਿਹੜੀ ਪਾਲਿਸੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ, ਇੱਕ ਜਨਰਲ ਮੈਂ ਚੰਦ ਪੁਆਇੰਟ ਸ਼ੇਅਰ ਕੀਤੇ ਨੇ, ਇਹਦੇ ਵਿੱਚ ਕਿੱਥੇ ਤੁਸੀਂ ਕਿਸਾਨ ਤੋਂ ਗੰਦਮ ਲੈ ਰਹੇ ਹੋ? ਤੁਸੀਂ ਤਾਂ ਸਟਾਕ ਮਾਫੀਆ ਤੋਂ ਗੰਦਮ ਲੈ ਰਹੇ ਹੋ। ਹੁਣ ਹੋਣਾ ਕੀ ਹੈ, ਜਿਹੜੇ 12.5 ਕਿੱਲਿਆਂ ਵਾਲੇ ਮਾਲਕ ਨੇ ਨਾ, ਉਹਨਾਂ ਨੇ ਜਨਾਬ ਬਾਰਦਾਨਾ ਜਿੰਨਾ ਵੀ ਨਾ 19 ਲੱਖ ਟਨ ਲਈ ਜਿਹੜਾ ਬਾਰਦਾਨਾ ਸਾਰਾ ਨਿਕਲਣਾ ਹੈ, ਉਹ ਸਾਰਾ ਬਾਰਦਾਨਾ ਉਹਨਾਂ ਲੋਕਾਂ ਨੇ ਲੈਣਾ ਹੈ। ਬਸ ਵਿੱਚੋਂ 5% 7% ਛੋਟੇ ਕਿਸਾਨ ਨੂੰ ਮਿਲ ਜਾਏਗਾ, 12-13 ਏਕੜ ਵਾਲੇ ਨੂੰ। ਉਹ ਬਸ 5-7% ਦੇ ਨਾਂ ਤੇ ਜਿਹੜਾ ਨਾ ਸਾਰਿਆਂ ਨੂੰ ਲੁੱਟਣਾ ਹੈ। ਤੇ ਜਿਹੜੇ ਛੋਟੇ ਨੇ ਉਹਨਾਂ ਨੂੰ ਤਾਂ ਮਿਲਣਾ ਹੀ ਨਹੀਂ ਦਾ, ਉਹਨਾਂ ਨੂੰ ਤਾਂ ਮਿਲਣਾ ਹੀ ਨਹੀਂ। ਹੁਣ ਇਹਦਾ ਰਿਜ਼ਲਟ ਕੀ ਹੋਵੇਗਾ? ਰਿਜ਼ਲਟ ਇਹ ਹੋਵੇਗਾ ਕਿ ਅਸੀਂ ਇਸ ਦਫਾ ਵੀ ਗੰਦਮ ਬਾਹਰੋਂ ਖਰੀਦੀਏ, ਉਹ ਵੀ ਗੰਦੀ ਖਰੀਦੀਏ। ਤੇ ਅਸੀਂ ਜਿਹੜੀ ਆਪਦੇ ਕਿਸਾਨ ਨੂੰ ਵੀ ਜ਼ਲੀਲ ਕੀਤਾ ਹੈ, ਆਪਦੇ ਮੁਲਕ ਦੇ ਜ਼ਰੇ ਮੁਬਾਦਲਾ ਨੂੰ ਮਜ਼ੀਦ ਡਾਊਨ ਕੀਤਾ ਹੈ, ਆਪਦੇ ਮੁਲਕ ਦੀ ਇੱਜ਼ਤ ਨੂੰ ਮਜ਼ੀਦ ਖਰਾਬ ਕੀਤਾ ਹੈ। ਔਰ ਅਗਲੇ ਸਾਲ ਕੀ ਹੋਵੇਗਾ ਕਿ ਕਿਸਾਨ ਜਿਹੜਾ ਗੰਦਮ ਘੱਟ ਕਾਸ਼ਤ ਕਰੇਗਾ, ਜਦੋਂ ਗੰਦਮ ਘੱਟ ਕਾਸ਼ਤ ਹੋਵੇਗੀ ਅਗਲੇ ਸਾਲ ਗੰਦਮ ਮਾਰਕੀਟ 'ਚ ਮਹਿੰਗੀ ਹੋਵੇਗੀ ਬਾਹਰੋਂ, ਉਹ ਮਹਿੰਗੀ ਮੰਗਵਾਉਣਗੇ। ਤੇ ਫਿਰ ਜਿਹੜਾ ਨਾ ਮਜ਼ੀਦ ਗਰੀਬ ਤਬਕੇ ਨੂੰ, ਕਿਸਾਨ ਨੂੰ ਔਰ ਮਜ਼ੀਦ ਗਰੀਬ ਤਬਕੇ ਨੂੰ ਜ਼ਲੀਲੋ ਖੁਆਰ ਕਰਨਗੇ। ਅਗਲੇ ਸਾਲ ਬਾਹਰੋਂ ਇੰਪੋਰਟ ਕਰਨਗੇ ਕਣਕ, ਤੇ ਫਿਰ ਇਹ ਆਪਦੀ ਆਵਾਮ ਨੂੰ ਖਵਾਉਣਗੇ ਗੰਦੀ ਕਣਕ, ਕੀੜਾ ਚੱਲੇ ਵਾਲੀ। ਠੀਕ ਹੈ ਨਾ? ਇਹਨਾਂ ਨੇ ਬਸ ਇਹੀ ਕੰਮ ਕਰਨਾ, ਇਹ ਇਹਨਾਂ ਦੀ ਪਾਲਿਸੀ ਹੈ, ਕਿਸਾਨ ਪਾਲਿਸੀ ਪਾਕਿਸਤਾਨ। ਬੌਸ ਜ਼ਿੰਦਾਬਾਦ।